ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਹਰ ਬੇਅੰਤ ਹਉ ਮਿਤ ਕਰ ਵਰਨਾ, ਕਿਆ ਜਾਨਾ ਹੋਏ ਕੈਸੋ ਰੇ। ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੋ ਉਪਦੇਸੋ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਜਿਉਂ ਬੋਲਾ ਮੈਂ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਬਾਣੀ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੀਆਂ ਪਿਆਰੀਆਂ ਸਿੱਖ ਸੰਗਤਾਂ ਇਸ ਪਾਵਨ ਅਸਥਾਨ 'ਤੇ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਨ। ਕਿਉਂਕਿ
ਇਹ ਸਭ ਤੋਂ ਵੱਡਾ ਸਾਡਾ ਕਰਮ ਹੈ, ਮਨੁੱਖਾ ਜਨਮ ਦਾ ਮਨੋਰਥ ਹੈ ਕਿ ਇਹ ਜੀਵਨ ਮਿਲਿਆ ਹੈ ਉਸ ਪਰਮਾਤਮਾ ਅਕਾਲ ਪੁਰਖ ਨੂੰ ਮਿਲਣ ਵਾਸਤੇ। ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਭਾਈ ਜੀਣਾ ਜਿਹੜਾ ਹੈ ਉਸ ਦਾ ਇਹ ਕਿ ਜਿਹੜਾ ਗੁਰੂ ਦੇ ਦਰਬਾਰ ਵਿੱਚ ਆ ਕੇ ਸਤ ਸੰਗਤ ਕਰਦਾ ਹੈ ਤੇ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ। ਸੋ ਆਪ ਜੀ ਵੱਡੇ ਭਾਗਾਂ ਵਾਲੇ ਹੋ, ਬੜੇ ਪਿਆਰ ਦੇ ਨਾਲ ਪਹਿਲਾਂ ਇਲਾਹੀ ਗੁਰਬਾਣੀ ਆਸਾ ਕੀ ਵਾਰ ਦਾ ਗੁਰੂ ਕੇ ਕੀਰਤਨੀਆਂ ਪਾਸੋਂ ਸ਼ਬਦ ਕੀਰਤਨ ਸਰਵਣ ਕੀਤਾ ਹੈ। ਹੁਣ ਸਮਾਂ ਹੈ ਚੱਲ ਰਹੀ ਪਾਵਨ ਲੜੀਵਾਰ ਗੁਰਬਾਣੀ ਦੀ ਵਿਚਾਰ ਦਾ। ਗੌੜੀ ਕੀ ਵਾਰ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਉਪਦੇਸ਼ਾਂ ਦੀ ਲੜੀਵਾਰ ਵਿਚਾਰ ਆਪਾਂ ਪਿੱਛੋਂ ਸਰਵਣ ਕਰਦੇ ਆ ਰਹੇ ਹਾਂ। ਅੱਜ ਵੀ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਦੇ ਪਾਸੋਂ ਭਾਈ ਹਰਨਾਮ ਸਿੰਘ ਜੀ ਇਸ ਪਾਵਨ ਅਸਥਾਨ ਦੇ ਹੈਡ ਗ੍ਰੰਥੀ ਸਾਹਿਬ, ਉਹਨਾਂ ਦੇ ਪਾਸੋਂ ਮੂਲ ਪਾਠ ਆਪਾਂ ਸਰਵਣ ਕੀਤਾ ਹੈ। ਦੋ ਸ਼ਲੋਕ ਚੌਥੇ ਪਾਤਸ਼ਾਹ ਜੀ ਦੇ ਨਾਲ ਪੌੜੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਅੱਜ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਵਿਚਾਰ ਤੋਂ ਪਹਿਲਾਂ ਅਸੀਸ ਬਖਸ਼ੋ, ਬੜੇ ਪਿਆਰ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਸ਼ਲੋਕ ਦੇ ਵਿੱਚ ਸਾਨੂੰ ਉਪਦੇਸ਼ ਇਹ ਦ੍ਰਿੜ ਕਰਾਉਂਦੇ ਨੇ ਕਿ ਐ ਭਾਈ, ਐ ਜਗਿਆਸੂ, ਸਤ ਸੰਗਤ ਕਰਦਾ ਏ, ਗੁਰੂ ਦਰਬਾਰ ਵਿੱਚ ਆਉਂਦਾ ਏ, ਤੇਰੇ ਮਨ ਦੇ ਵਿੱਚ ਪ੍ਰਭੂ ਦੇ ਨਾਲ ਕਿੰਨਾ ਕੁ ਪ੍ਰੇਮ ਹੈ, ਕਿੰਨੀ ਕੁ ਪ੍ਰੀਤ ਪਾਈ, ਕਿੰਨਾ ਕੁ ਸਨੇਹ ਹੈ। ਦੁਨੀਆ ਦੇ ਮਾਇਆ ਦੇ ਮੋਹ ਤੋਂ ਤੂੰ ਨਿਰਲੇਪ ਹੋਇਆ ਕਿ ਨਹੀਂ? ਔਰ ਨਿਰਲੇਪ ਵੀ ਗੁਰੂ ਸਵਾਰਿਓ ਉਹੀ ਹੋਵੇਗਾ ਕਿ ਜਿਹਦਾ ਪ੍ਰੇਮ, ਜਿਹਦਾ ਪਿਆਰ ਇੱਕ ਦੇ ਨਾਲ ਪੈ ਗਿਆ, ਪ੍ਰਭੂ ਦੇ ਨਾਲ ਪੈ ਗਿਆ। ਉਹ ਪਵੇਗਾ ਕਿਵੇਂ? ਕਿ ਜਿੱਥੇ ਅਸੀਂ ਗੁਰੂ ਦਰਬਾਰ ਵਿੱਚ ਆ ਕੇ ਸਤ ਸੰਗਤ ਕਰਦੇ ਹਾਂ, ਉੱਥੇ ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ ਨਾ, ਆਪ ਵੀ ਪੜ੍ਹਨ ਵਾਲੇ ਹੋ, ਵਿਚਾਰ ਸਰਵਣ ਕਰਦੇ ਹੋ। ਉੱਥੇ ਗੁਰੂ ਸਾਹਿਬਾਨਾਂ ਦੇ, ਭਗਤ ਸਾਹਿਬਾਨਾਂ ਦੇ ਜਦੋਂ ਆਪਾਂ ਬਚਨਾਂ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ ਨਾ, ਤੇ ਫਿਰ ਪਤਾ ਲੱਗਦਾ ਏ ਕਿ ਇਹ ਤਾਂ ਅਰਦਾਸ ਦੇ ਰੂਪ ਵਿੱਚ, ਬੇਨਤੀ ਦੇ ਰੂਪ ਵਿੱਚ ਹੈ ਕਿ ਜਿਵੇਂ ਭਗਤਾਂ ਨੇ ਪ੍ਰਭੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਪਰਮਾਤਮਾ ਮੇਰੇ ਚਿੱਤ ਦੇ ਵਿੱਚੋਂ ਤੂੰ ਕਦੀ ਭੁੱਲੇ ਨਾ, ਮੈਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਤੇਰੇ ਦਰਸ਼ਨ ਕਰਾਂ, ਦਰਸ਼ਨ ਕਰਦਾ ਰਵਾਂ, ਤੇ ਕੰਨਾਂ ਦੇ ਨਾਲ ਪਰਮਾਤਮਾ ਤੇਰੀ ਸਿਫਤ ਸਲਾਹ ਮੈਂ ਸਰਵਣ ਕਰਾਂ। ਤੇਰਾ ਜਸ ਜਿਹੜਾ ਸੋਹਣਾ ਏ, ਜਿਹੜੀ ਤੇਰੀ ਸੋਭਾ ਏ, ਜਿਹੜੀ ਤੇਰੀ ਸੋਏ ਹੈ, ਉਹ ਮੈਂ ਆਪਣੇ ਕੰਨਾਂ ਦੇ ਰਾਹੀਂ ਸੁਣਦਾ ਰਹਾਂ। ਸ੍ਰੇਸ਼ਟ ਜਸ ਜਿਹੜਾ ਏ ਉਹ ਆਪਣੇ ਕੰਨਾਂ ਦੇ ਰਾਹੀਂ ਭਰੀ ਰੱਖਾਂ। ਤੇ ਜਿਹੜਾ ਮੇਰਾ ਮਨ ਹੈ, ਇਸ ਮਨ ਨੂੰ ਭੌਰਾ ਬਣਾ ਲਵਾਂ, ਭੌਰਾ। ਤੇ ਪਰਮਾਤਮਾ ਜਿਹੜੇ ਤੇਰੇ ਚਰਨ ਨੇ ਉਹ ਆਪਣੇ ਹਿਰਦੇ ਵਿੱਚ ਵਸਾਈ ਰੱਖਾਂ। ਤੇ ਜਿਹੜੀ ਜ਼ਬਾਨ ਹੈ, ਜਿਹੜੀ ਰਸਨਾ ਏ, ਇਹਦੇ ਨਾਲ ਮੈਂ ਤੇਰੀ ਸਿਫਤ ਸਲਾਹ ਕਰਾਂ, ਰਸਨਾ ਦੇ ਨਾਲ।
ਇਹ ਭਗਤ ਰਵਿਦਾਸ ਜੀ ਦਾ ਬਚਨ ਹੈ। ਪ੍ਰੀਤ ਦੀ ਗੱਲ ਕੀਤੀ, ਪ੍ਰੇਮ। ਭਗਤ ਰਵਿਦਾਸ ਜੀ ਪ੍ਰਭੂ ਚਰਨਾਂ ਦੇ ਨਾਲ ਜੁੜ ਕੇ ਸਾਨੂੰ ਇਹ ਸਿੱਖਿਆ ਦਿੱਤੀ, ਉਪਦੇਸ਼ ਦ੍ਰਿੜ ਕਰਾਇਆ ਹੈ ਕਿ ਭਾਈ ਇਸ ਤਰ੍ਹਾਂ ਦਾ ਜੀਵਨ ਬਣਾਉਣਾ ਹੈ। ਇਹ ਅੱਖਾਂ ਦਾ ਕੀ ਕਰਮ ਹੈ, ਇਹ ਰਸਨਾ ਦਾ ਕੀ ਕੰਮ ਹੈ, ਕੰਨਾਂ ਦਾ ਕੀ ਕੰਮ ਹੈ, ਇਹ ਜ਼ਬਾਨ ਦਾ ਕੀ ਕੰਮ ਹੈ। ਭਗਤ ਰਵਿਦਾਸ ਜੀ ਦਾ ਬਚਨ ਹੈ, ਚਿੱਤ ਸਿਮਰਨ ਕਰੋ, ਚਿੱਤ ਸਿਮਰਨ ਕਰੋ। ਚਿੱਤ ਆਪਣਾ ਹਿਰਦਾ ਚੇਤੇ ਕਰਾਂ, ਮੈਂ ਪ੍ਰਮਾਤਮਾ ਤੇਰਾ ਸਿਮਰਨ ਕਰਾਂ, ਕਰਦਾ ਹੀ ਰਵਾਂ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਨੈਣ ਅੱਖਾਂ, ਅਵਲੋਕਨੋਂ ਦਾ ਭਾਵ ਵੇਖਣਾ। ਕਿਉਂਕਿ ਪਰਮਾਤਮਾ ਅਕਾਲ ਪੁਰਖ ਦੂਰ ਨਹੀਂ ਹੈ। ਪਹਿਲਾ ਗੱਲ ਤੇ ਇਹ ਹੈ ਕਿ ਗੁਰੂ ਦੀ ਜਦੋਂ ਬਾਣੀ ਪੜ੍ਹਾਂਗੇ ਤੇ ਆਪਣੇ ਅੰਦਰ ਪਰਮਾਤਮਾ ਦਿਖਾਈ ਦੇਵੇ। ਜਿੰਨਾ ਚਿਰ ਦਿਖੇਗਾ ਨਹੀਂ, ਅੰਦਰ ਨਹੀਂ ਦਿਖੇਗਾ, ਉਨਾ ਚਿਰ ਸੰਸਾਰ ਦੇ ਵਿੱਚ ਵੀ ਨਹੀਂ ਦਿਖੇਗਾ। ਸਭ ਤੋਂ ਪਹਿਲਾਂ ਲੋੜ ਹੈ ਕਿ ਜਿਹੜਾ ਸਰਬ ਵਿਆਪਕ ਪਰਮਾਤਮਾ ਹੈ, ਜਿਹੜਾ ਜਰੇ ਜਰੇ ਵਿੱਚ ਹੈ, ਉਸ ਨੂੰ ਆਪਣੇ ਅੰਦਰ ਹੀ ਵੇਖਣਾ ਕਿ ਪਰਮਾਤਮਾ ਮੇਰੇ ਨਾਲ ਹੈ। ਤੇ ਫਿਰ ਇਹ ਜਿਹੜੀਆਂ ਅੱਖਾਂ ਨੇ ਸੰਸਾਰ ਨਹੀਂ ਵੇਖਣਗੀਆਂ। ਕੀ ਵੇਖਣਗੀਆਂ? ਨਿਰੰਕਾਰ। ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ। ਦੋਵਾਂ ਅੱਖਾਂ ਦੇ ਨਾਲ ਮੈਂ ਪਰਮਾਤਮਾ ਤੇਰੇ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਵੇਖਦਾ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਇਹ ਪਿਆਰ ਹੈ ਪ੍ਰਭੂ ਦੇ ਨਾਲ। ਅੱਜ ਸੰਸਾਰ ਦੇ ਵਿੱਚ ਨਫ਼ਰਤ ਹੈ, ਈਰਖਾ ਹੈ, ਇੱਕ ਦੂਜੇ ਨੂੰ ਆਪਾਂ ਵੇਖਣਾ ਨਹੀਂ ਚਾਹੁੰਦੇ। ਇਹਦਾ ਭਾਵ ਕੀ ਹੈ ਕਿ ਅਸੀਂ ਸੰਸਾਰ ਹੀ ਵੇਖ ਰਹੇ ਹਾਂ, ਨਿਰੰਕਾਰ ਨਹੀਂ ਵੇਖਿਆ। ਆ ਜਿੰਨੇ ਝਗੜੇ ਨੇ, ਜਿੰਨੀਆਂ ਲੜਾਈਆਂ ਫਸਾਦ ਨੇ, ਇਸੇ ਕਰਕੇ ਹੁੰਦੇ ਨੇ। ਜੇ ਕੋਈ ਪਕੜਿਆ ਜਾਂਦਾ ਤੇ ਇਕੱਠੇ ਹੋ ਕੇ ਉਹਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ, ਕੁੱਟਣਾ ਸ਼ੁਰੂ ਕਰ ਦਿੰਦੇ ਨੇ, ਜਦੋਂ ਕਿ ਉਹ ਸਾਡਾ ਕੰਮ ਨਹੀਂ ਹੈ। ਉਹ ਕਾਨੂੰਨ ਬਣੇ ਨੇ, ਉਹ ਨਿਯਮ ਨੇ, ਸਾਡਾ ਕੰਮ ਮਾਰਨਾ ਨਹੀਂ ਹੈ। ਪਾਤਸ਼ਾਹ ਜੀ ਬਚਨ ਕਰਦੇ ਨੇ, ਭਗਤ ਰਵਿਦਾਸ ਜੀ ਕਹਿੰਦੇ ਨੇ, ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ। ਅੱਖਾਂ ਦੇ ਨਾਲ ਮੈਂ ਉਸ ਮਾਲਕ ਨੂੰ ਵੇਖਦਾ ਰਵਾਂ। ਤੇ ਫਿਰ ਅੱਗੇ ਕੀ ਬਚਨ ਕਰਦੇ ਨੇ? ਸ਼ਰਵਨ ਬਾਣੀ ਸੋ ਜਸ ਪੂਰ ਰਾਖੋ। ਸ਼ਰਵਨ ਬਾਣੀ, ਕੰਨਾਂ ਦੇ ਨਾਲ ਬਾਣੀ ਸੋ ਜਸ, ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਪਰਮਾਤਮਾ ਦਾ ਜਸ ਜਿਹੜਾ ਹੈ, ਸੋਹਣਾ ਜਸ। ਸੋ ਜਸ ਤੋਂ ਭਾਵ ਸ੍ਰੇਸ਼ਟ ਸੋਹਣਾ ਜਸ। ਪੂਰ ਰੱਖੋ, ਮੈਂ ਆਪਣੇ ਕੰਨਾਂ ਦੇ ਵਿੱਚ ਭਰੀ ਰੱਖਾਂ, ਕੰਨਾਂ ਦੇ ਵਿੱਚ ਹੋਰ ਨਾ ਕੁਝ ਪੈਣ ਦੇਵਾਂ। ਅੱਗੇ ਭਗਤ ਜੀ ਬਚਨ ਕਰਦੇ ਨੇ, ਮਨ ਸੋ ਮਦ ਕਰ ਕਰੂੰ। ਮਦ ਕਰ ਤੋਂ ਭਾਵ ਹੈ ਭਵਰਾ। ਮਨ ਆਪਣੇ ਨੂੰ ਮੈਂ ਭਵਰਾ ਬਣਾ ਲਵਾਂ। ਚਰਨ ਹਿਰਦੇ ਧਰੋਂ, ਪਰਮਾਤਮਾ ਦੇ ਜਿਹੜੇ ਚਰਨ ਨੇ ਉਹਨੂੰ ਹਿਰਦੇ ਵਿੱਚ ਵਸਾਈ ਰੱਖਾਂ। ਜਦੋਂ ਗੁਰੂ ਸਵਾਰਿਓ ਅਸੀਂ ਬਾਣੀ ਪੜ੍ਹਾਂਗੇ ਫਿਰ ਪਤਾ ਲੱਗੇਗਾ ਵੀ ਚਰਨ ਕਿਹੜੇ ਨੇ। ਪ੍ਰਭੂ ਦੇ ਚਰਨ, ਪਰਮਾਤਮਾ ਦੇ ਚਰਨ, ਜਿਵੇਂ ਸਾਡੇ ਆਪਣੇ ਪੈਰ ਨੇ ਚਰਨ, ਪਰਮਾਤਮਾ ਦੇ ਜਿਹੜੇ ਚਰਨ ਨੇ ਉਹਦੀ ਯਾਦ ਹੈ, ਉਹਦਾ ਸਿਮਰਨ ਹੈ। ਹਿਰਦੇ ਵਿੱਚ ਚਰਨੀ ਉਹਦੀ ਯਾਦ ਹੀ ਵਸਾਈ ਜਿਹੜੀ ਹੈ ਉਹ ਚਰਨ ਨੇ। ਮਨ ਸੋ ਮਦ ਕਰ ਕਰੂੰ, ਚਰਨ ਹਿਰਦੈ ਧਰੋਂ। ਰਸਨ ਅੰਮ੍ਰਿਤ ਰਾਮ ਨਾਮ ਭਾਖੋਂ। ਰਸਨਾ ਦੇ ਨਾਲ, ਜ਼ਬਾਨ ਦੇ ਨਾਲ, ਅੰਮ੍ਰਿਤਮਈ ਬਾਣੀ ਰਾਮ, ਉਹ ਰਮਿਆ ਹੋਇਆ ਸਰਬ ਵਿਆਪਕ ਪਰਮਾਤਮਾ, ਉਹਦੇ ਨਾਮ ਨੂੰ ਮੈਂ ਰਸਨਾ ਦੇ ਨਾਲ ਜਪਦਾ ਰਵਾਂ। ਇਹ ਭਗਤ ਰਵਿਦਾਸ ਜੀ ਕਹਿ ਰਹੇ ਨੇ। ਕਿਉਂਕਿ ਇਹ ਪ੍ਰੀਤ ਹੈ, ਇਹ ਪ੍ਰੇਮ ਹੈ। ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਸਰਵਣ ਕਰਨੀ, ਨੇਤਰਾਂ ਦੇ ਨਾਲ ਉਸ ਮਾਲਕ ਦੇ ਦਰਸ਼ਨ ਦਿਦਾਰੇ ਕਰਨੇ। ਹੁਣ ਸਭ ਤੋਂ ਪਹਿਲਾਂ ਇਹ ਹੈ ਕਿ ਜਿੰਨਾ ਚਿਰ ਅਸੀਂ ਆਪਣੀਆਂ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਨਹੀਂ ਕਰਦੇ, ਗੁਰੂ ਦੇ ਦਰਸ਼ਨ ਸਤ ਸੰਗਤ ਵਿੱਚ ਬੈਠ ਕੇ ਜਦੋਂ ਇੰਨ ਬਿਨ ਮਨ ਕਰਕੇ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਕੋਈ ਜਾਂ ਕੀਰਤਨ ਹੋ ਰਿਹਾ ਏ, ਗੁਰੂ ਦੀ ਬਾਣੀ ਦਾ ਉਹਦੇ ਨਾਲ ਜੁੜ ਜਾਵੇਗਾ, ਇਹ ਦਰਸ਼ਨ ਨੇ ਗੁਰੂ ਦੇ। ਦਰਸ਼ਨ ਇਹ ਨਹੀਂ ਕਿ ਸਤਿਗੁਰੂ
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਾਵਨ ਅਸਥਾਨ ਹੈ ਗੁਰਦੁਆਰਾ ਸੀਸਗੰਜ। ਤੇ ਇਸ ਕਈ ਬਾਹਰੋਂ ਹੀ ਮੇਰੇ ਵਰਗੇ ਜਿਹੜੇ ਨੇ ਮੱਥਾ ਟੇਕ ਕੇ ਚੱਲ ਜਾਂਦੇ ਨੇ। ਬਾਹਰ ਖੜ ਕੇ ਭਾਵੇਂ ਪਤਾ ਨਹੀਂ 15-20 ਮਿੰਟ ਅੱਧਾ ਘੰਟਾ ਗੱਲਾਂ ਬਾਤਾਂ ਕਰਦੇ ਰਹਿਣ, ਉਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਗੁਰੂ ਦਰਬਾਰ ਵਿੱਚ ਮੈਂ ਲਾਗਿਓਂ ਦੀ ਲੰਘ ਰਿਹਾ ਮੱਥਾ ਟੇਕ ਕੇ ਚਲੇ ਜਾਵਾਂ। ਤੇ ਇੱਥੇ ਸਤ ਸੰਗਤ ਵਿੱਚ ਬੈਠ ਕੇ ਜਿਹੜੇ ਦਰਸ਼ਨ ਨੇ ਹੁਣ ਇਹ ਆਪ ਜੀ ਕਰ ਰਹੇ ਹੋ, ਪਹਿਲਾਂ ਵੀ ਕਰ ਰਹੇ ਸੀ। ਸ਼ਬਦ ਗੁਰੂ ਦੀ ਸਿਫਤ ਸਲਾਹ, ਗੁਰੂ ਦੀ ਬਾਣੀ ਨੂੰ ਕੀਰਤਨ ਦੇ ਰੂਪ ਵਿੱਚ ਸਰਵਣ ਕਰਕੇ, ਹੁਣ ਕਥਾ ਦੇ ਰੂਪ ਵਿੱਚ ਵਿਚਾਰ ਨੂੰ ਸਰਵਣ ਕਰਕੇ ਭਗਤ ਰਵਿਦਾਸ ਜੀ ਬਚਨ ਕਰਦੇ ਹਨ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਨ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਦ ਕਰ ਕਰੋ, ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਇਹ ਜਿਹੜੀ ਪ੍ਰੀਤ ਹੈ ਨਾ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਹੇ ਗੋਬਿੰਦ, ਹੇ ਅਕਾਲ ਪੁਰਖ ਪਰਮਾਤਮਾ, ਇਹ ਪ੍ਰੀਤ ਜਿਹੜੀ ਹੈ ਇਹ ਬੜੀ ਮਹਿੰਗੀ ਮਿਲੀ ਹੈ, ਇਹ ਕਿਤੇ ਘਟ ਨਾ ਜਾਵੇ, ਕਿਤੇ ਟੁੱਟ ਨਾ ਜਾਵੇ। ਇਹ ਅਰਦਾਸ ਹੈ, ਮੇਰੀ ਬੇਨਤੀ ਹੈ। ਭਗਤ ਰਵਿਦਾਸ ਜੀ ਬਚਨ ਕਰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਛਟੇ। ਇਹ ਬੜੀ ਮਹਿੰਗੀ ਹੈ ਜਿਹੜੀ ਪ੍ਰੀਤ ਹੈ ਨਾ। ਜੀ ਛਟੇ ਤੋਂ ਭਾਵ ਕਿ ਇਹ ਜਿੰਦ ਦੇ ਕੇ, ਆਪਣਾ ਮਨ ਦੇ ਕੇ, ਆਪਾਂ ਆਪਣਾ ਆਪ ਸਮਰਪਿਤ ਕਰਕੇ, ਸਭ ਕੁਝ ਗਵਾ ਕੇ ਕਿ ਮੇਰਾ ਕੁਝ ਨਹੀਂ ਹੈ, ਇਹ ਪ੍ਰੀਤ ਤਾਂ ਮਿਲਦੀ ਹੈ। ਤੇ ਮਿਲਦੀ ਕਿੱਥੋਂ ਹੈ ਗੁਰੂ ਸਵਾਰਿਓ? ਅੱਗੇ ਭਗਤ ਰਵਿਦਾਸ ਜੀ ਬਚਨ ਕਰਦੇ ਨੇ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਗੁਰੂ ਦੀ ਸਤ ਸੰਗਤ ਤੋਂ ਬਿਨਾ ਪ੍ਰੇਮ ਉਪਜਦਾ ਨਹੀਂ, ਪੈਦਾ ਨਹੀਂ ਹੁੰਦਾ, ਪ੍ਰੇਮ ਆਉਂਦਾ ਨਹੀਂ ਸਾਡੇ ਮਨ ਅੰਦਰ। ਹੁਣ ਤੁਸੀਂ ਗੁਰੂ ਦੀ ਬਾਣੀ ਆਪਾਂ ਸਰਵਣ ਕਰਦੇ ਹਾਂ, ਐਸੇ ਪਾਵਨ ਬਚਨ ਜਦੋਂ ਅਸੀਂ ਬੜੇ ਸਰਧਾ ਤੇ ਭਾਵਨਾ ਦੇ ਮਨ ਦੀ ਇਕਾਗਰਤਾ ਦੇ ਨਾਲ ਸਰਵਣ ਕਰਦੇ ਹਾਂ ਨਾ, ਉਦੋਂ ਸਾਡੇ ਅੰਦਰ ਪ੍ਰੇਮ ਜਾਗਦਾ ਹੈ, ਉਦੋਂ ਗੁਰੂ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ। ਸਤ ਸੰਗਤ ਵਿੱਚ ਆਉਣ ਨੂੰ ਦਿਲ ਕਰਦਾ ਹੈ ਵੀ ਚੱਲੀਏ ਗੁਰੂ ਕੋਲ। ਫਿਰ ਜਿਉਂ-ਜਿਉਂ ਅਸੀਂ ਗੁਰੂ ਦੇ ਨਜ਼ਦੀਕ ਹੁੰਦੇ ਹਾਂ, ਸ਼ਬਦ ਗੁਰੂ ਬਾਣੀ ਗੁਰੂ ਦੇ ਬਚਨ ਸਰਵਣ ਕਰਕੇ, ਤੇ ਫਿਰ ਕੀ ਹੁੰਦਾ ਹੈ? ਗੁਰੂ ਆਪ ਕਿਰਪਾ ਕਰਦਾ ਹੈ, ਗੁਰੂ ਬਖਸ਼ਿਸ਼ ਕਰਦਾ ਹੈ। ਗੁਰੂ ਵਾਲੇ ਇੱਕ ਕਦਮ ਵੱਧਦੇ ਹਾਂ ਤੇ ਗੁਰੂ ਕਰੋੜਾਂ ਕਦਮ ਸਾਨੂੰ ਅੱਗੋਂ ਫਿਰ ਕਿਰਪਾ ਕਰਦਾ ਹੈ। ਜਿਹੜਾ ਲੈਣ ਆਉਂਦਾ ਕਹਿੰਦੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਚਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਕੀ ਭਾਵ ਹੈ? ਤੇ ਗੁਰੂ ਸਾਡੇ ਨਾਲ ਹੈ, ਸਾਡਾ ਵੈਰੀ ਨਹੀਂ ਹੈ, ਸਾਡਾ ਦੁਸ਼ਮਣ ਨਹੀਂ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਇਸ ਵਾਸਤੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਜਿੰਨਾ ਚਿਰ ਸਾਡੇ ਅੰਦਰ ਪ੍ਰੇਮ ਨਹੀਂ ਹੈ, ਬੱਦਾ ਚੱਟੀ ਜ਼ਰੂਰ ਕਰੀ ਜਾਵਾਂਗੇ, ਭਗਤੀ ਨਹੀਂ ਅਖਵਾਏਗੀ। ਭਗਤੀ ਹੈ ਕਿ ਅੰਦਰੋਂ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਇਹਨੂੰ ਗ੍ਰਹਿ ਨਹੀਂ ਪੜ੍ਹਨਾ, ਗ੍ਰਹਿ। ਹੁਣ ਸਾਡਾ ਹਿਰਦਾ ਘਰ ਹੀ ਜਿਹੜਾ ਮੰਦਰ ਬਣ ਗਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਆਪਣਾ ਪਿਰ ਪਤੀ ਪਰਮੇਸ਼ਰ ਸਾਡਾ ਖਸਮ ਹੈ। ਅਨਹਤ ਬਾਣੀ, ਅਨਹਤ ਇੱਕ ਰਸ ਲਗਾਤਾਰ ਪ੍ਰਭੂ ਦੀ ਸਿਫਤ ਸਲਾਹ ਜਦੋਂ ਅਸੀਂ ਕਰਾਂਗੇ, ਤੇ ਫਿਰ ਉਹ ਅਨਹਤ ਇੱਕ ਰਸ ਅੰਦਰ ਸਾਡੇ ਉਹ ਬਾਣੀ, ਉਹ ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਚੱਲ ਪਵੇਗੀ। ਗੁਰ ਸ਼ਬਦ ਜਾਣੀ, ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਜਾਣਿਆ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਪ੍ਰਭੂ ਪਰਮਾਤਮਾ ਆਪ ਮਿਲਿਆ, ਜਿਹੜਾ ਸਭ ਕੁਝ ਕਰਨ ਕਾਰਨ ਦੀ ਸਮਰੱਥਾ ਰੱਖਦਾ ਹੈ। ਹੁਣ ਭਗਤ ਰਵਿਦਾਸ ਜੀ ਕਹਿੰਦੇ ਨੇ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਉਪਦੇਸ਼ ਨੂੰ ਪੱਕਾ ਹਿਰਦੇ ਵਿੱਚ ਵਸਾ ਲਓ ਕਿ ਸਤ ਸੰਗਤ ਬੜੀ ਜ਼ਰੂਰੀ ਹੈ।
ਜੇ ਪ੍ਰਭੂ ਦੇ ਨਾਲ, ਉਸ ਪਿਆਰੇ ਦੇ ਨਾਲ ਪ੍ਰੇਮ ਪਾਉਣਾ ਏ, ਪ੍ਰੇਮ ਤੋਂ ਬਗੈਰ ਭਗਤੀ ਨਹੀਂ ਹੈ। ਕਹੇ ਰਵਿਦਾਸ ਇੱਕ ਬੇਨਤੀ ਹਰਿ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਭਗਤ ਰਵਿਦਾਸ ਜੀ ਕਹਿੰਦੇ ਇਹ ਮੇਰੀ ਅਰਜ਼ੋਈ ਹੈ, ਇਹ ਮੇਰੀ ਬੇਨਤੀ ਹੈ, ਪਰਮਾਤਮਾ ਤੇਰੇ ਚਰਨਾਂ ਦੇ ਵਿੱਚ, ਇਸ ਸੰਸਾਰ ਦੇ ਵਿੱਚ ਮੇਰੀ ਇੱਜ਼ਤ ਰੱਖ ਲਿਓ, ਮੇਰੀ ਪੈਜ ਰੱਖ ਲਿਓ, ਮੈਂ ਕਦੀ ਭੁੱਲਾਂ ਨਾ। ਜੋ ਤੂੰ ਮੈਨੂੰ ਇਹ ਸਰੀਰ ਦਿੱਤਾ ਏ, ਇਹ ਗਿਆਨ ਇੰਦਰੇ ਦਿੱਤੇ ਨੇ, ਜਿਹਦਾ ਮਕਸਦ ਹੈ ਪਰਮਾਤਮਾ ਨੂੰ ਮਿਲਣ ਦਾ, ਇਹ ਸਾਰੇ ਕਰਮ ਇਹ ਮੇਰੇ ਗਿਆਨ ਇੰਦਰੇ ਕਰਦੇ ਰਹਿਣ। ਅੱਖਾਂ ਤੇਰੇ ਦਰਸ਼ਨ ਕਰਨ, ਇਹ ਰਸਨਾ ਜਿਹੜੀ ਤੇਰੀ ਸਿਫਤ ਸਲਾਹ ਕਰੇ, ਕੰਨ ਜਿਹੜੇ ਨੇ ਇਹ ਤੇਰੀ ਸਿਫਤ ਸਲਾਹ ਸਰਵਣ ਕਰਨ, ਤੇ ਮਨ ਨੂੰ ਮੈਂ ਆਪਣੇ ਨੂੰ ਭੌਰਾ ਬਣਾ ਲਵਾਂ, ਤੇ ਤੇਰੇ ਜਿਹੜੇ ਚਰਨ ਹੈ ਮੈਂ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਾਂ। ਪ੍ਰੀਤ ਪ੍ਰੇਮ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਸਵਈਆਂ ਦੇ ਵਿੱਚ, ਅੰਮ੍ਰਿਤ ਵੇਲੇ ਜਦੋਂ ਨਿਤਨੇਮ ਕਰਦੇ ਹਾਂ ਨਾ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਦੇ ਨਾਲ ਪ੍ਰੇਮ ਕਿਵੇਂ ਪਾਉਣਾ ਏ, ਇਹ ਸਾਨੂੰ ਸਿੱਖਿਆ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਮੈਂ ਸੱਚ ਕਹਿ ਰਿਹਾ, ਸੁਣ ਲਓ ਧਿਆਨ ਦੇ ਨਾਲ ਸਾਰੇ। ਜਿਨ੍ਹਾਂ ਨੇ ਪ੍ਰੇਮ ਕੀਤਾ ਏ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ। ਹੁਣ ਪ੍ਰੇਮ ਜਿਹੜਾ ਏ ਉਸ ਪਰਮਾਤਮਾ ਦੀ ਬਣਾਈ ਹੋਈ ਖਲਕਤ ਨਾਲ ਵੀ ਕਰਨਾ ਹੈ, ਕਿਸੇ ਦੇ ਨਾਲ ਨਫ਼ਰਤ ਨਹੀਂ ਕਰਨੀ। ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ, ਸਭ ਬਰਾਬਰ ਨੇ। ਸਾਰੇ ਆਪਾਂ ਇੱਕੋ ਜਗ੍ਹਾ ਤੋਂ ਆਏ ਹਾਂ, ਸਾਰਿਆਂ ਨੇ ਉੱਥੇ ਜਾਣਾ ਹੈ। ਕੋਈ ਨੀਵਾਂ ਨਹੀਂ ਹੈ, ਕੋਈ ਉੱਚਾ ਨਹੀਂ ਹੈ, ਸਭ ਬਰਾਬਰ ਨੇ। ਤੇ ਸਾਰਿਆਂ ਦਾ ਆਉਣ ਦਾ ਜਿਹੜਾ ਕਰਮ ਹੈ ਪਰਮਾਤਮਾ ਨੇ, ਵਿਧਾਤਾ ਨੇ ਬਣਾਇਆ ਹੈ, ਉਹ ਇੱਕੋ ਹੀ ਰਸਤਾ ਹੈ, ਇੱਕੋ ਹੀ ਢੰਗ ਹੈ। ਭਗਤ ਕਬੀਰ ਜੀ ਦਾ ਉਹ ਪਾਵਨ ਬਚਨ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਲੋਗਾ, ਭਰਮ ਨਾ ਭੁੱਲੋ ਭਾਈ। ਐ ਸੰਸਾਰ ਦੇ ਲੋਗੋ, ਕੌਣ ਚੰਗਾ ਤੇ ਕੌਣ ਮਾੜਾ, ਇਸ ਭਰਮ ਵਿੱਚ ਪਏ ਹੋਏ ਹੋ। ਜੀਵਾਂ ਦੇ ਨਾਲ, ਪ੍ਰਭੂ ਦੇ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਦੇ ਨਾਲ ਤੁਸੀਂ ਨਫ਼ਰਤ ਕਰਦੇ ਹੋ, ਭੁਲੇਖੇ ਵਿੱਚ ਹੋ। ਭਾਈ ਨਾ ਇਸ ਭੁਲੇਖੇ ਵਿੱਚ ਪਾਓ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਭ ਠਾਈ। ਜਦੋਂ ਇਹ ਬਚਨ ਪਾਵਨ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ, ਤੇ ਪਰਮਾਤਮਾ ਨੂੰ ਫਿਰ ਜਿਹੜੇ ਲੱਭਦੇ ਫਿਰਦੇ ਨੇ ਨਾ ਅਗਿਆਨ ਦੇ ਹਨੇਰੇ ਵਿੱਚ, ਜਿਹੜੇ ਅਸਾਂ ਭਟਕਣਾ ਦੇ ਵਿੱਚ ਭਰਮ ਵਿੱਚ ਪਏ ਹੋਏ ਆ, ਉਹਦੇ ਤੋਂ ਸਾਨੂੰ ਨਿਜਾਤ ਮਿਲ ਜਾਵੇਗੀ ਜਦੋਂ ਅਸੀਂ ਭਗਤ ਸਾਹਿਬਾਨਾਂ ਦੇ, ਗੁਰੂ ਸਾਹਿਬਾਨਾਂ ਦੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰਾਂਗੇ ਕਿ ਭਗਤ ਜੀ ਕੀ ਕਹਿ ਰਹੇ ਨੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ। ਖਾਲਕ ਪਰਮਾਤਮਾ ਕਿੱਥੇ ਹੈ? ਖਲਕਤ ਦੇ ਵਿੱਚ ਹੈ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਪੂਰ ਰਹਿਓ ਸਰਬ ਵਿਆਪਕ ਪਰਮਾਤਮਾ। ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਪਰਮਾਤਮਾ ਨਹੀਂ ਹੈ। ਸਾਰੀਆਂ ਥਾਵਾਂ 'ਤੇ ਉਹ ਰਮਿਆ ਹੋਇਆ, ਸਰਬ ਵਿਆਪਕ ਹੈ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ। ਸੋ ਪ੍ਰਭ ਚੇਤਨਾ ਆਵਈ, ਕਿਤੜਾ ਦੁੱਖ ਗਣਾ। ਫਿਰ ਅੱਗੇ ਉਦਾਹਰਨ ਦਿੱਤੀ ਹੈ ਘੁਮਿਆਰ ਦੀ। ਅੱਜ ਮਿੱਟੀ ਦੇ ਭਾਂਡੇ ਜਿਹੜੇ ਨੇ ਨਾ, ਬਰਤਨ ਅਲੋਪ ਹੁੰਦੇ ਜਾ ਰਹੇ ਨੇ, ਬਹੁਤ ਘੱਟ ਰਹਿ ਗਏ ਨੇ। ਹੈ ਕਿਤੇ ਕਿਤੇ ਥਾਵਾਂ 'ਤੇ ਘੁਮਿਆਰ ਜਿਹੜਾ ਇਹ ਮਿੱਟੀ ਦੇ ਬਰਤਨ ਬਣਾਉਂਦਾ ਹੈ ਨਾ, ਇੱਕ ਮਿੱਟੀ ਹੈ, ਇੱਕ ਮਿੱਟੀ ਤੋਂ ਕਈ ਤਰ੍ਹਾਂ ਦੇ ਬਰਤਨ ਬਣਾ ਦਿੰਦਾ ਹੈ। ਚਾਟੀ ਬਣਾ ਦਿੰਦਾ ਹੈ, ਤੌੜੀ ਬਣਾ ਦਿੰਦਾ ਹੈ। ਹੁਣ ਤਾਂ ਸਾਨੂੰ ਪਤਾ ਹੀ ਨਹੀਂ ਹੋਣਾ ਤੌੜੀ ਕਿਹਨੂੰ ਕਹਿੰਦੇ, ਅਲੋਪ ਹੁੰਦੇ ਜਾ ਰਹੇ। ਚੱਪਣੀ ਕਿਹਨੂੰ ਕਹਿੰਦੇ ਆ, ਘੜਾ ਕਿਹਨੂੰ ਕਹਿੰਦੇ ਆ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਅਲੋਪ ਹੁੰਦੀਆਂ ਜਾ ਰਹੀਆਂ ਸਮੇਂ ਦੇ ਨਾਲ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ। ਮਿੱਟੀ ਇੱਕ ਹੈ, ਅਨੇਕ ਭਾਂਤ, ਅਨੇਕਾਂ ਤਰ੍ਹਾਂ ਦੇ ਉਸ ਪ੍ਰਭੂ ਪਰਮਾਤਮਾ ਨੇ ਜੀਵ ਬਣਾ ਦਿੱਤੇ ਨੇ।
ਘੁਮਿਆਰ ਇੱਕੋ ਹੀ ਆ, ਪ੍ਰਭੂ ਪਰਮਾਤਮਾ। ਮਿੱਟੀ ਇੱਕੋ ਹੀ ਆ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਜਿਹੜੇ ਬਰਤਨ ਬਣਾਏ ਨੇ ਨਾ, ਜਿਹੜੇ ਜੀਵ ਬਣਾਏ ਨੇ, ਇਹਨਾਂ ਦੇ ਵਿੱਚ ਵੀ ਉਹ ਪ੍ਰਭੂ ਨੇ ਕੋਈ ਪੋਚ, ਕਹਿੰਦੇ ਨੇ, ਊਣਤਾਈ ਕਮੀ ਨਹੀਂ ਰਹਿਣ ਦਿੱਤੀ, ਤੇ ਨਾ ਹੀ ਬਣਾਉਣ ਵਾਲੇ ਦੇ ਵਿੱਚ ਕੋਈ ਕਮੀ ਹੈ। ਸਭ ਮੈਂ ਸੱਚਾ ਏਕੋ ਸੋਈ, ਸਾਰਿਆਂ ਦੇ ਅੰਦਰ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇੱਕੋ ਹੀ ਹੈ। ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਜਿਹੜਾ ਪ੍ਰਭੂ ਦੇ ਹੁਕਮ ਨੂੰ ਬੁੱਝ ਲੈਂਦਾ ਏ ਵੀ ਪਰਮਾਤਮਾ ਇੱਕ ਹੈ, ਉਹ ਹੈ ਅਸਲ ਦੇ ਵਿੱਚ ਬੰਦਾ। ਬੰਦਾ ਕਹੀਏ ਸੋਈ। ਜਿਹਨੇ ਇਹ ਸਮਝ ਲਿਆ ਕਿ ਪਰਮਾਤਮਾ ਇੱਕ ਹੈ, ਉਹਦਾ ਸਿਮਰਨ ਕਰਨਾ ਹੈ, ਉਹਨੂੰ ਯਾਦ ਕਰਨਾ ਹੈ, ਉਹ ਸਾਰੀ ਖਲਕਤ ਵਿੱਚ ਹੈ। ਇਹ ਸਾਰੇ ਜੀਵ, ਇਹ ਜੀ ਜੰਤ ਤੇਰੇ ਧਾਰੇ, ਇਹ ਤੇਰੇ ਬਣਾਏ ਹੋਏ ਨੇ, ਤੇ ਸਾਰਿਆਂ ਦੀ ਜਿਹੜੀ ਡੋਰ ਹੈ ਉਹਦੇ ਹੱਥ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਣਾ। ਜਦੋਂ ਅਸੀਂ ਗੁਰੂ ਦੇ ਬਚਨਾਂ ਨੂੰ ਪੜ੍ਹਾਂਗੇ, ਭਗਤਾਂ ਦੇ ਬਚਨਾਂ ਨੂੰ ਪੜ੍ਹਾਂਗੇ, ਫਿਰ ਇਹ ਜਿਹੜੀ ਖਲਕਤ ਹੈ, ਇਹ ਸਾਰਾ ਸੰਸਾਰ, ਸਾਰੇ ਜੀ ਜੰਤ ਨੇ, ਇਹਨਾਂ ਦੇ ਨਾਲ ਨਫ਼ਰਤ ਨਹੀਂ ਕਰਾਂਗੇ, ਪ੍ਰੇਮ ਕਰਾਂਗੇ। ਜੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਪਤਾ ਲੱਗੇਗਾ ਕਿ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰੇਮ, ਇਹ ਪ੍ਰਭੂ ਵਸਦਾ ਹੈ, ਤੇ ਸਾਰਿਆਂ ਦੇ ਨਾਲ ਪਿਆਰ ਕਰਨਾ, ਪ੍ਰੇਮ ਕਰਨਾ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪਹਿਲੇ ਸ਼ਲੋਕ ਦੇ ਅੰਦਰ ਇਹ ਬਚਨ ਕਰਦੇ ਨੇ। ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪਿਰਮ ਕਾ, ਅਠੇ ਪਹਿਰ ਲਗਾਨਾ। ਮੈਂ ਮਨ ਦੇ ਨੰਨੇ ਨੂੰ ਸਿਹਾਰੀ ਗੁਰੂ ਸਾਹਿਬ ਜੀ ਮਹਾਰਾਜ ਦੇ ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਪ੍ਰੇਮ ਪਿਰਮ ਕਾ, ਪ੍ਰੇਮ ਪੈਦਾ ਹੋਇਆ ਹੈ। ਪਿਰਮ ਤੋਂ ਭਾਵ ਉਸ ਪਿਆਰੇ ਪ੍ਰਭੂ ਦਾ। ਅਠੇ ਪਹਿਰ ਲਗਨ, ਗੁਰੂ ਸਾਹਿਬ ਜੀ ਮਹਾਰਾਜ ਦੇ ਮਨ ਲੋਚਦਾ ਹੈ ਕਿ ਅਠੇ ਪਹਿਰ, 4 ਪਹਿਰ ਦਿਨ ਹੈ ਤੇ 4 ਪਹਿਰ ਰਾਤ ਹੈ। ਅਠੇ ਪਹਿਰ ਮੇਰਾ ਮਨ ਲੋਚਦਾ ਹੈ ਕਿ ਪ੍ਰਭੂ ਦੇ ਚਰਨਾਂ ਦੇ ਨਾਲ ਇਹ ਮੇਰਾ ਮਨ ਜੁੜ ਜਾਵੇ। ਭਾਵ ਕੋਈ ਵੀ ਇੱਕ ਖਿਣ ਵੀ, ਇੱਕ ਪਲ ਵੀ ਉਹ ਪਰਮਾਤਮਾ ਵਾਹਿਗੁਰੂ ਮੈਨੂੰ ਵਿਸਰੇ ਨਾ। ਹਰ ਸਮੇਂ ਮੇਰੇ ਹਿਰਦੇ ਵਿੱਚ ਪਿਆਰੇ ਦਾ ਪਿਆਰ ਲੱਗਾ ਰਹੇ, ਮੁੱਕੇ ਨਾ, ਖਤਮ ਨਾ ਹੋਵੇ। ਗੁਰੂ ਸਵਾਰਿਓ, ਪਰਮਾਤਮਾ ਅਕਾਲ ਪੁਰਖ ਨੂੰ ਜਦੋਂ ਅਸੀਂ ਗੁਰੂ ਦੇ ਬਚਨ ਦਰਸ਼ਨ ਕਰਦੇ ਹਾਂ ਤੇ ਸਾਨੂੰ ਇਹ ਪਤਾ ਲੱਗਦਾ ਏ ਕਿ ਪਰਮਾਤਮਾ ਅਠੇ ਪੈਰ ਹੀ ਉਸ ਨੂੰ ਯਾਦ ਕਰਨਾ ਹੈ। ਅਸੀਂ ਕੀ ਕਰਦੇ ਹਾਂ? ਅਸੀਂ ਪੁੱਛਦੇ ਹਾਂ ਨਾਮ ਕਿਹੜੇ ਸਮੇਂ ਜਪਣਾ ਹੈ, ਸਿਮਰਨ ਕਿਹੜੇ ਸਮੇਂ ਕਰਨਾ ਹੈ। ਅੰਮ੍ਰਿਤ ਵੇਲੇ ਦੀ ਜਿਹੜੀ ਮਹਾਨਤਾ ਹੈ ਉਹ ਵੱਖਰੀ ਹੈ। ਅੰਮ੍ਰਿਤ ਵੇਲੇ ਉੱਠਣਾ ਹੈ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਾ ਸਿੱਖ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਜੋ ਸਾਡੀ ਮਰਜ਼ਾਦਾ ਹੈ, ਜੋ ਸਾਨੂੰ ਨਿਤਨੇਮ ਬਖਸ਼ਿਸ਼ ਕੀਤਾ ਹੈ, ਉਸ ਨਿਤਨੇਮ ਦੇ ਉਹ ਬਾਣੀ ਦੀ ਪੜ੍ਹਨਾ ਹੈ, ਦਰਸ਼ਨ ਕਰਨੇ ਹਨ। ਉਸ ਤੋਂ ਬਾਅਦ ਗੁਰੂ ਦਰਬਾਰ ਵਿੱਚ ਆਉਣਾ ਹੈ, ਸਤ ਸੰਗਤ ਕਰਨੀ ਹੈ। ਦਿਨ ਚੜ੍ਹ ਗਿਆ, ਮਨੁੱਖ ਫਿਰ ਆਪਣੇ ਕੰਮਕਾਰ ਕਾਰ ਵਿਹਾਰਾਂ ਵਿੱਚ ਲੱਗ ਜਾਂਦਾ ਹੈ ਅਤੇ ਕੰਮਾਂ ਕਾਰਾਂ ਦੇ ਵਿੱਚ ਜੋ ਕੰਮ ਆਪਾਂ ਕਰਦੇ ਹਾਂ, ਹਰ ਪ੍ਰਕਾਰ ਦੇ ਜਿੰਨੇ ਵੀ ਅਸੀਂ ਵੱਖ-ਵੱਖ ਕੰਮ ਕਰਦੇ ਹਾਂ, ਕਿਰਤ ਕਰਦੇ ਹਾਂ, ਕਿਰਤ ਕਰਦਿਆਂ ਹੋਇਆਂ ਨਿਰੰਕਾਰ ਨੂੰ ਚੇਤੇ ਕਰਨਾ ਹੈ, ਯਾਦ ਕਰਨਾ ਹੈ। ਇਸ ਗੱਲ ਦੇ ਵਿੱਚ ਅਸੀਂ ਪੈ ਜਾਂਦੇ ਹਾਂ ਜੀ, ਕੰਮਾਂ ਤੋਂ ਵੇਲ ਨਹੀਂ ਲੱਗਦਾ। ਅਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਇਹ ਵੀ ਉਪਦੇਸ਼ ਦ੍ਰਿੜ ਕਰਾਇਆ
ਕਿ ਹਰ ਵੇਲੇ ਹੀ, ਹਰ ਸਮੇਂ ਹੀ ਪਰਮਾਤਮਾ ਨੂੰ ਯਾਦ ਕਰਨਾ। ਅੱਠੇ ਪਹਿਰ ਲਗਨ ਤੋਂ ਭਾਵ ਹੈ ਕਿ ਇਹ ਮੇਰਾ ਮਨ ਜਿਹੜਾ ਹੈ ਇਸ ਤਰੀਕੇ ਨਾਲ ਲੋਚਦਾ ਹੈ ਕਿ ਪਿਆਰੇ ਪ੍ਰਭੂ ਦੇ ਨਾਲ ਹਰ ਸਮੇਂ ਮੇਰੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਜਿਹੜਾ ਹੈ ਉਹ ਬਣਿਆ ਰਵੇ, ਕਦੀ ਮੁੱਕੇ ਨਾ, ਕਦੀ ਖਤਮ ਨਾ ਹੋਵੇ। ਹਰ ਵੇਲੇ ਮੈਂ ਉਹਨੂੰ ਯਾਦ ਕਰਦਾ ਰਵਾਂ। ਅੱਠੇ ਪਹਿਰ ਹੀ ਜਦੋਂ ਅਸੀਂ ਸਤਿਗੁਰ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਹਰ ਸਮੇਂ ਹਰੇਕ ਸਵਾਸ ਦੇ ਨਾਲ ਉੱਠਦਿਆਂ, ਬਹਿੰਦਿਆਂ, ਸੁੱਤਿਆਂ ਉਹਨੂੰ ਯਾਦ ਕਰਨਾ ਹੈ। ਉਹਦੇ ਨਾਲ ਪ੍ਰੇਮ ਇਹੋ ਜਿਹਾ ਹੋਣਾ ਚਾਹੀਦਾ। ਇਹ ਨਹੀਂ ਕਿ ਥੋੜ੍ਹਾ ਚਿਰ ਜਪ ਲਿਆ, ਸਿਮਰਨ ਕਰ ਲਿਆ, ਹੁਣ ਕੰਮਕਾਰ ਕਰ ਲਈਏ। ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਚਨ ਕੀਤਾ ਹੈ, ਮਨ ਮੈਂ ਸਿੰਚੋ ਹਰ ਹਰ ਨਾਮ। ਮਨ ਮੈਂ ਸਿੰਚੋ ਹਰ ਹਰ ਨਾਮ। ਹਰ ਹਰ ਨਾਮ ਨੂੰ ਸਿੰਚੋ, ਸਿੰਜੋ। ਅਨ ਦਿਨ ਕੀਰਤਨ ਹਰ ਗੁਣ ਗਾਮ। ਅਨ ਦਿਨ ਤੋਂ ਭਾਵ ਹਰ ਰੋਜ਼, ਹਰ ਵੇਲੇ ਪ੍ਰਭੂ ਦੀ ਕੀਰਤੀ ਕਰੋ, ਪਰਮਾਤਮਾ ਦੇ ਗੁਣ ਗਾਓ। ਮਨ ਮੈਂ ਸਿੰਚੋ ਹਰ ਹਰ ਨਾਮ। ਅਨ ਦਿਨ ਕੀਰਤਨ ਹਰ ਗੁਣ ਗਾਮ। ਹਰੀ ਨੂੰ ਹਰ ਸਮੇਂ ਹੀ, ਹਰ ਵੇਲੇ ਹੀ ਉਹਦੇ ਗੁਣ ਗਾਉਣੇ ਹਨ। ਆਠ ਪਹਿਰ ਪ੍ਰਭ ਸਿਮਰੋ ਸੁਆਮੀ। ਅੱਠੇ ਪਹਿਰ ਹੀ ਪ੍ਰਭੂ ਨੂੰ ਸਿਮਰੋ। ਹਰ ਦਿਨ ਰੈਨ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਹਰੀ ਨੂੰ ਦਿਨ ਰਾਤ ਮਾਲਕ ਨੂੰ ਯਾਦ ਕਰਨਾ ਹੈ ਤੇ ਫਿਰ ਕੀ ਹੋਵੇਗਾ? ਬਹੁੜ ਦੁਬਾਰਾ ਮੁੜ ਜਮਾ ਦੀ ਮਾਰ ਦੇ ਵਿੱਚ ਨਹੀਂ ਪਾਵਾਂਗੇ, ਵਿਕਾਰਾਂ ਵਿੱਚ ਨਹੀਂ ਪਾਵਾਂਗੇ, ਬਚ ਜਾਵਾਂਗੇ। ਜੀਵਨ ਜਿਹੜਾ ਸੁਖਮਈ ਬਣ ਜਾਏਗਾ। ਦੁੱਖ ਆਏ, ਵਿਪਤਾ ਆਈ, ਘਬਰਾਵਾਂਗੇ ਨਹੀਂ। ਐਸਾ ਜੀਵਨ ਬਣ ਜਾਏਗਾ, ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਹੁਣ ਭਟਕਣਾ ਖਤਮ ਹੋ ਗਈ। ਹੁਣ ਇਹ ਤਨ ਜਿਹੜਾ ਏ ਉਸ ਦੇ ਹਵਾਲੇ ਕਰ ਦਿੱਤਾ ਏ। ਕੋਈ ਚੰਗਾ ਕਵੇ, ਕੋਈ ਮਾੜਾ ਕਵੇ, ਇਹ ਤਨ ਸਮਰਪਿਤ ਕਰ ਦਿੱਤਾ ਹੈ। ਅਨ ਦਿਨ ਕੀਰਤਨ ਹਰ ਗੁਣ ਗਾਮ। ਹਰੀ ਦੇ ਗੁਣ ਗਾਓ, ਪਰਮਾਤਮਾ ਦੀ ਸਿਫਤ ਸਲਾਹ ਕਰੋ। ਇੱਥੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ ਕਿ ਮਨ ਲੋਚਦਾ ਹੈ ਕਿ ਅੱਠੇ ਪੈਰ ਪਰਮਾਤਮਾ ਵਾਹਿਗੁਰੂ ਦੇ ਮੈਂ ਗੁਣ ਗਾਵਾਂ। ਮੇਰੇ ਹਿਰਦੇ ਵਿੱਚ, ਸਰੀਰ ਵਿੱਚ ਪ੍ਰਭੂ ਦਾ ਪਿਆਰ ਲੱਗਾ ਰਵੇ, ਭਾਵ ਕਦੇ ਵੀ ਮੁੱਕੇ ਨਾ। ਜਨ ਨਾਨਕ ਕਿਰਪਾ ਧਾਰ ਪ੍ਰਭ, ਸਤਿਗੁਰ ਸੁਖ ਵਸਾਨਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਿਰ ਕਹਿੰਦੇ, ਜਿਨ੍ਹਾਂ ਮਨੁੱਖਾਂ 'ਤੇ ਹਰੇ ਪ੍ਰਭੂ ਨੇ ਆਪਣੀ ਕਿਰਪਾ ਕਰ ਦਿੱਤੀ, ਮਿਹਰ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਉਹ ਸਤਿਗੁਰ ਦੇ ਬਖਸ਼ੇ ਹੋਏ ਸੁੱਖ ਵਿੱਚ ਵਸਨ ਤੋਂ ਭਾਵ ਸਦਾ ਵਸਦੇ ਹਨ। ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਉੱਪਰ ਮਾਲਕ ਨੇ, ਪ੍ਰਭੂ ਨੇ ਕਿਰਪਾ ਕਰ ਦਿੱਤੀ, ਉਹ ਸਤਿਗੁਰ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ। ਅਤੇ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ, ਸ਼ਬਦ ਗੁਰੂ, ਬਾਣੀ ਗੁਰੂ ਦੇ ਨਾਲ ਜੁੜ ਕੇ ਉਹਨਾਂ ਨੂੰ ਸੁੱਖ ਮਿਲਦਾ, ਸੁਖੀ ਵਸਦੇ ਰਹਿੰਦੇ ਹਨ, ਆਨੰਦਮਈ ਰਹਿੰਦੇ ਹਨ। ਜਿਹੜੇ ਅੰਮ੍ਰਿਤਮਈ ਬਾਣੀ ਨੂੰ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਸੁਣਦੇ ਹਨ, ਪੜ੍ਹਦੇ ਹਨ, ਅਤੇ ਸੁਣ ਕੇ ਕੀ ਹੁੰਦਾ ਏ? ਉੱਚੇ ਪਰਮ ਪਦ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ। ਅੰਦਰ ਦੀ ਜਿਹੜੀ ਮੇਰ ਤੇਰ ਦੀ ਭਾਵਨਾ ਸੀ, ਦਵੈਸ ਸੀ, ਉਹ ਖਤਮ ਹੋ ਜਾਂਦੀ ਹੈ। ਮਨ ਸ਼ਾਂਤ ਹੋ ਜਾਂਦਾ, ਮਨ ਟਿਕ ਜਾਂਦਾ ਹੈ ਜਦੋਂ ਗੁਰੂ ਦੇ ਦਰਸ਼ਨ ਦਿਦਾਰੇ ਹੁੰਦੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੇ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਲਨ ਬੁਝੀ, ਸ਼ਾਂਤ ਹੋ ਗਿਆ ਮਨ ਜਦੋਂ ਗੁਰੂ ਦੇ ਦਰਸ਼ਨ ਦਿਦਾਰੇ ਕੀਤੇ, ਜਦੋਂ ਸ਼ਬਦ ਗੁਰੂ, ਬਾਣੀ ਗੁਰੂ ਦੇ ਨਾਲ ਇਹ ਮਨ ਨੂੰ ਜੋੜਿਆ ਇਕਾਗਰਤਾ ਦੇ ਨਾਲ। ਇਹ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਸਾਨੂੰ ਦਾਤਾਂ ਦੇ ਰਿਹਾ, ਉਹ ਰਿਜ਼ਕ ਦਾਤਾ ਏ, ਸਾਡੀ ਪ੍ਰਤਪਾਲਣਾ ਕਰਦਾ ਏ। ਅਸੀਂ ਇੰਨਾ ਵੀ ਨਹੀਂ ਕਰ ਸਕਦੇ, ਕਿਉਂ ਭੁਲਾਉਂਦੇ ਹਾਂ, ਕਿਉਂ ਵਿਸਾਰਦੇ ਹਾਂ?
ਹਰ ਸਮੇਂ ਹੀ ਉਹਨੂੰ ਯਾਦ ਕਰਨਾ। ਮਨ ਬੜਾ ਚੰਚਲ ਹੈ, ਮਨ ਬੜਾ ਚਲਾਕ ਹੈ, ਇਹ ਭਟਕਦਾ ਹੈ, ਇਹਨੂੰ ਆਵਾਜ਼ ਮਾਰੋ। ਮਨ ਨੂੰ ਇਸ ਤਰ੍ਹਾਂ ਕਾਬੂ ਕਰਨਾ ਹੈ, ਹਸਤੀ ਸਿਰ ਜਿਉ ਅੰਕ ਸਹੈ, ਐਹਰਨ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੈ, ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾ ਲੇ। ਇਸ ਤਰੀਕੇ ਦੇ ਨਾਲ ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ ਹੈ ਕਿ ਜਿਹੜਾ ਸੱਚਮੁੱਚ ਹੀ ਆਪਾ ਭਾਵ ਗਵਾ ਕੇ ਪ੍ਰਭੂ ਨੂੰ ਸਮਰਪਿਤ ਹੋ ਜਾਵੇ, ਗੁਰੂ ਨੂੰ ਸਮਰਪਿਤ ਹੋ ਜਾਵੇ, ਆਪਣਾ ਆਪ ਹਵਾਲੇ ਕਰ ਦੇਵੇ, ਤੇ ਫਿਰ ਉਹਦੀਆਂ ਸਾਰੀਆਂ ਦੁਨਿਆਵੀ ਭੁੱਖਾਂ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਹਨ। ਬੰਦਾ ਕਦੀ ਰੱਜਦਾ ਹੀ ਨਹੀਂ ਹੈ। ਫਿਰ ਮਨ ਸ਼ਾਂਤ ਹੋ ਜਾਂਦਾ ਹੈ। ਫਿਰ ਉਹ ਦਰ 'ਤੇ ਆ ਕੇ ਇਹ ਅਰਦਾਸ ਬੇਨਤੀ ਕਰਦਾ ਹੈ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਨ ਦੇ ਜੇ ਵਿੱਚ ਜਿਹੜੀ ਭੁੱਖ ਸੀ ਉਹ ਉਤਰ ਜਾਂਦੀ ਹੈ ਜਦੋਂ ਨਾਮ ਦੀ ਦਾਤ ਮਿਲ ਜਾਵੇ, ਜਦੋਂ ਪਰਮਾਤਮਾ ਮਿਲ ਜਾਵੇ, ਭੁੱਖਾਂ ਖਤਮ ਹੋ ਜਾਂਦੀਆਂ। ਕੇਵਲ ਦਰਸ਼ਨਾਂ ਦੀ ਚਾਹਤ। ਐਸਾ ਪ੍ਰੇਮ, ਐਸਾ ਪਿਆਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦ੍ਰਿੜ ਕਰਾਏ ਨੇ। ਭਾਈ ਗੁਰੂ ਸ਼ਬਦ ਹੈ, ਬਾਣੀ ਗੁਰੂ ਹੈ, ਇਹਨੂੰ ਆਪਣੇ ਹਿਰਦੇ ਵਿੱਚ ਕਿਤੇ ਵਸਾ ਲਈਏ ਤੇ ਫਿਰ ਭਾਈ ਉਹ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ। ਪਿਆਰ ਕਿਹੋ ਜਿਹਾ ਹੋਣਾ ਚਾਹੀਦਾ? ਮੈਂ ਮਨ ਤਨ ਪ੍ਰੇਮ ਪ੍ਰਮ ਕਾ ਅਠੇ ਪਹਿਰ ਲਗਨ। ਤੇ ਗੁਰੂ ਸਾਹਿਬ ਜੀ ਦਾ ਬਚਨ ਹੈ, ਮੂਹ ਲਾਲਨ ਸਿਉ ਪ੍ਰੀਤ ਬਣੀ। ਕੈਸੀ ਪ੍ਰੀਤ ਬਣ ਗਈ ਲਾਲਨ ਦੇ ਨਾਲ, ਪ੍ਰਭੂ ਦੇ ਨਾਲ? ਉਹ ਦੱਸ ਰਹੇ ਨੇ। ਇਸ ਤਰ੍ਹਾਂ ਦੀ ਪ੍ਰੀਤ ਹੋਣੀ ਚਾਹੀਦੀ ਹੈ। ਇਹੋ ਜਿਹਾ ਪ੍ਰੇਮ ਹੋਣਾ ਚਾਹੀਦਾ ਹੈ ਕਿ ਹੁਣ ਕੋਈ ਬਾਹਰੋਂ ਯਤਨ ਕਰੇ ਤੁਹਾਡੀ ਪ੍ਰੇਮ ਨੂੰ ਘਟਾਉਣ ਵਾਸਤੇ, ਤੁਹਾਡੀ ਪ੍ਰੀਤ ਨੂੰ ਤੋੜਨ ਵਾਸਤੇ, ਤੁਹਾਡੀ ਪ੍ਰਭੂ ਦੇ ਨਾਲ, ਗੁਰੂ ਦੇ ਨਾਲ ਬਣੀ ਹੋਈ ਪ੍ਰੀਤ ਨੂੰ ਛਡਾਉਣ ਵਾਸਤੇ, ਭਈ ਇੱਥੋਂ ਛੱਡ ਦੇ, ਇੱਥੇ ਕੁਝ ਨਹੀਂ ਹੈ, ਇਹ ਟੁੱਟੇ ਨਾ, ਇਹ ਖਤਮ ਨਾ ਹੋਵੇ। ਐਸੇ ਇਹ ਗੰਢ ਪੀੜੀ ਵੱਜ ਜਾਵੇ ਤੇ ਕਦੀ ਟੁੱਟੇ ਨਾ। ਇਹ ਆ ਪਿਆਰ। ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ, ਸ਼ੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਐਸੇ ਮਾਧੋ ਮਾਲਕ ਪ੍ਰਭੂ ਨੇ, ਉਹ ਮਾਧੋ ਮਾਇਆ ਦਾ ਪਤੀ ਜਿਹੜਾ, ਉਹਨੇ ਮੈਨੂੰ ਆਪਣੇ ਨਾਲ ਗੰਢ ਬੰਨ੍ਹ ਲਈ ਹੈ। ਘੁੱਟ ਕੇ ਆਪਾਂ, ਕੋਈ ਰੱਸਾ ਟੁੱਟਾ ਹੋਵੇ ਨਾ, ਕੋਈ ਚੀਜ਼ ਟੁੱਟੀ ਹੋਵੇ ਤੇ ਉਹਨੂੰ ਕਹਿੰਦੇ ਘੁੱਟ ਕੇ ਗੰਢ ਮਾਰਨੀ, ਖੁੱਲੇ ਨਾ। ਔਰ ਐਸੇ ਗੰਢ ਮਾਰ ਲਈ ਹੋਏ ਤੇ ਉਸ ਜਗ੍ਹਾ ਤੋਂ ਰੱਸਾ ਨਹੀਂ ਟੁੱਟੇਗਾ, ਹੋਰ ਜਗ੍ਹਾ ਤੋਂ ਟੁੱਟ ਜਾਏਗਾ, ਗੰਢ ਵੱਜੀ ਹੋਵੇ ਤੇ। ਦੁਨੀਆ ਟੁੱਟ ਜਾਏਗੀ, ਸੰਸਾਰ ਟੁੱਟ ਜਾਏਗਾ, ਰੁੱਸ ਜਾਣਗੇ ਤੁਹਾਡੇ ਨਾਲ, ਪਰ ਪ੍ਰਭੂ ਦੇ ਨਾਲ ਪ੍ਰੀਤ ਮੈਂ ਤੋਂ ਮੋਲ ਮਹਿੰਗੀ ਜੀ ਲਈ ਛਟੇ। ਮੇਰੀ ਪ੍ਰੀਤ ਗੋਬਿੰਦ ਸਿਉ ਘਟੈ, ਭਗਤ ਰਵਿਦਾਸ ਜੀ। ਇਹ ਐਸੀ ਪ੍ਰੀਤ ਦੀ ਫਿਰ ਨਿਸ਼ਾਨੀ ਕੀ ਆ? ਪ੍ਰਭੂ ਦੇ ਨਾਲ ਜਿਹੜੀ ਨਿਸ਼ਾਨੀ ਆ ਉਹ ਕਦੀ ਭੁੱਲਦਾ ਨਹੀਂ ਹੈ। ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ, ਸ਼ੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਦਿਨ ਸਰੈਨ ਮਨ ਮਾਹੇ ਬਸਤ ਹੈ, ਤੂੰ ਕਰ ਕਿਰਪਾ ਪ੍ਰਭ ਆਪਣੀ। ਦਿਨੇ ਵੀ ਤੇ ਰਾਤ ਵੀ ਅਠੇ ਪਹਿਰ ਲਗਨ, ਮਨ ਦੇ ਵਿੱਚ ਉਹ ਵਸਦਾ ਹੈ। ਤੂੰ ਕਰ ਕਿਰਪਾ ਪ੍ਰਭ ਆਪਣੀ। ਇਹ ਮੇਰੀ ਕੋਈ ਪਾਇਆ ਨਹੀਂ ਹੈ ਕਿ ਮੈਂ ਤੇਰੇ ਨਾਲ ਪ੍ਰਭੂ ਪ੍ਰੇਮ ਪਾਇਆ, ਪ੍ਰੀਤ ਕੀਤੀ ਹੈ। ਤੂੰ ਕਿਰਪਾ ਕੀਤੀ ਹੈ, ਤੂੰ ਬਖਸ਼ਿਸ਼ ਕੀਤੀ ਹੈ, ਤੂੰ ਆਪਣੀ ਮਿਹਰ ਕੀਤੀ ਹੈ। ਦਿਨ ਤੇ ਰਾਤ ਉਹ ਪ੍ਰਭੂ ਮਨ ਵਿੱਚ ਵਸਿਆ ਰਹਿੰਦਾ। ਇਹ ਆ ਸੱਚੀ ਪ੍ਰੀਤ, ਝੂਠੀ ਨਹੀਂ ਹੈ। ਇਹਨੂੰ ਕਹਿੰਦੇ ਪਿਆਰ। ਭਗਤ ਫਰੀਦ ਜੀ ਨੇ ਪਾਵਨ ਬਚਨ ਸਾਨੂੰ ਉਪਦੇਸ਼ ਦਿੱਤਾ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਦਿਲੋਂ ਅੰਦਰੋਂ, ਇਹ ਨਹੀਂ ਬਾਹਰੀ ਤੌਰ 'ਤੇ। ਆ ਵੇਖਦੇ ਹਾਂ ਅੱਜ ਸੰਸਾਰ ਦੇ ਵਿੱਚ, ਕਹਿੰਦੇ ਮੈਂ ਤੇਰਾ ਦੋਸਤ ਹਾਂ, ਮੈਂ ਤੇਰਾ ਮਿੱਤਰ ਹਾਂ, ਤੇ ਜਿਹੜੇ ਮਿੱਤਰ ਯਾਰ ਦੋਸਤ ਬਣਦੇ ਨੇ ਉਹ ਯਾਰ ਮਾਰ ਕਰ ਜਾਂਦੇ ਨੇ, ਧੋਖਾ ਦੇ ਜਾਂਦੇ ਨੇ। ਇਹ ਐਸਾ ਯਾਰ ਹੈ, ਐਸਾ ਸੱਜਣ ਹੈ, ਐਸਾ ਦੋਸਤ ਹੈ, ਐਸਾ ਮਿੱਤਰ ਹੈ ਪ੍ਰਭੂ, ਜੇ ਕਿਤੇ ਇਹਦੇ ਨਾਲ ਦਿਲੋਂ ਪਿਆਰ ਕੀਤਾ ਜਾਵੇ ਨਾ, ਤੇ ਫਿਰ ਭਾਈ
ਇਹ ਸਾਰਾ ਸੰਸਾਰ ਜਿਹੜਾ ਹੈ ਨਾ, ਇਹਦੇ ਵਿੱਚ ਨਿਰੰਕਾਰ ਦਿਖਾਈ ਦੇਵੇਗਾ, ਮਾਇਆ ਨਹੀਂ, ਸੰਸਾਰ ਨਹੀਂ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਮਨ ਦੇ ਵਿੱਚ ਕੁਝ ਹੋਰ ਹੈ ਤੇ ਮੁਖ ਦੇ ਵਿੱਚ ਕੀ ਹੈ, ਹੋਰ ਹੈ। ਮੁਖੋਂ ਤਾਂ ਹਰ ਕੋਈ ਹਰੀ ਹਰੀ ਕਹਿੰਦਾ ਹੈ, ਪਰ ਇਹਨੂੰ ਕਦੀ ਹਿਰਦੇ ਤੱਕ ਖੜਿਆ, ਅੰਦਰ ਖੜਿਆ? ਮੁਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ। ਵਿਰਲੇ ਕਿਸੇ ਗੁਰਮੁਖ ਪਿਆਰੇ ਨੇ ਹਿਰਦੇ ਵਿੱਚ ਵਸਾਇਆ, ਦਿਲੋਂ ਪਿਆਰ ਕੀਤਾ ਹੈ। ਰੱਤੇ ਇਸ਼ਕ ਖੁਲਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਨਾਲ ਸਮਝਾਇਆ ਵੀ ਆ ਭਗਤ ਫਰੀਦ ਜੀ ਨੇ। ਪਰਮਾਤਮਾ ਦੇ ਰੰਗ ਦੇ, ਉਹਦੇ ਦਰਸ਼ਨਾਂ ਦੇ ਇਸ਼ਕ ਵਿੱਚ ਐਸੇ ਪਿਆਰੇ ਪ੍ਰਭੂ ਦੇ ਵਿੱਚ ਜੁੜੇ, ਉਹ ਪਰਮਾਤਮਾ ਨੂੰ ਦੂਰ ਨਹੀਂ ਸਮਝਦੇ, ਸਦਾ ਅੰਗ ਸੰਗ ਸਮਝਦੇ ਨੇ। ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ ਹੋਇਆ, ਉਤੋਂ ਉਤੋਂ ਗੱਲੀ ਹੋਂ ਸੁਹਾਗਣ ਭੈਣੇ, ਕੰਤ ਨ ਕਬਹੂ ਮੈਂ ਮਿਲਿਆ। ਗੱਲਾਂ ਬਾਤਾਂ ਦੇ ਨਾਲ ਮੈਂ ਕਹਿੰਦੀ ਸੁਹਾਗਣ ਹੈ, ਮੈਂ ਨਾਮ ਜਪਦਾ ਜੀ, ਮੈਂ ਸਿਮਰਨ ਕਰਦਾ ਜੀ, ਮੈਂ ਅੰਮ੍ਰਿਤ ਵੇਲੇ ਉੱਠਦਾ ਜੀ। ਇਹ ਮੈਂ ਜਿਹੜੀ ਹੈ ਨਾ, ਇਹਨੂੰ ਖਤਮ ਕਰਨਾ ਸੀ। ਪ੍ਰੇਮ ਦਾ ਕੀ ਅਰਥ ਹੈ? ਪ੍ਰੇਮ ਜਿਸ ਨੇ ਮੈਂ ਨੂੰ ਪਰੇ ਕਰ ਦਿੱਤਾ, ਮੈਂ ਨੂੰ ਖਤਮ ਕਰ ਦਿੱਤਾ, ਉਹ ਪ੍ਰੇਮ ਹੈ। ਜਿੱਥੇ ਮੈਂ ਆ ਉੱਥੇ ਪ੍ਰਭੂ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਓਦਲ ਜਲ, ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਅਸੀਂ ਭਰਮ ਵਿੱਚ। ਜਦੋਂ ਪ੍ਰਭੂ ਪਰਮਾਤਮਾ ਅਕਾਲ ਪੁਰਖ ਹੋਏਗਾ, ਉਦੋਂ ਮੈਂ ਨਹੀਂ ਹੋਵੇਗੀ, ਤੇ ਜਦੋਂ ਮੈਂ ਹੋਵੇਗੀ ਉਦੋਂ ਪਰਮਾਤਮਾ ਨਹੀਂ ਹੋਵੇਗਾ। ਜਨ ਨਾਨਕ ਕਿਰਪਾ ਧਾਰ ਪ੍ਰਭ, ਸਤਿਗੁਰ ਸੁਖ ਵਸਨ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਮਨੁੱਖਾਂ ਤੇ ਹਰੀ ਇਹੋ ਜਿਹੀ ਕਿਰਪਾ ਕਰ ਦਿੰਦਾ ਹੈ, ਉਹ ਸਤਿਗੁਰ ਦੇ ਬਖਸ਼ੇ ਹੋਏ ਸੁਖ ਵਿੱਚ ਸਦਾ ਵਸਦੇ ਹਨ, ਉਹ ਸੁਖੀ ਜੀਵਨ ਬਤੀਤ ਕਰਦੇ ਹਨ। ਵੇਖਣ ਵਾਲੇ ਨੂੰ ਲੱਗਦਾ ਹੈ, ਵੇਖੋ ਜੀ ਇਹ ਨਾਮ ਜਪਦਾ, ਇਹ ਸਿਮਰਨ ਕਰਦਾ, ਘਰ ਦੇ ਵਿੱਚ ਬਿਪਤਾ ਪੈ ਗਈ, ਮੁਸ਼ਕਲ ਆ ਗਈ, ਸਰੀਰ ਰੋਗੀ ਹੈ, ਕੀ ਫਾਇਦਾ ਹੋਇਆ? ਗੁਰੂ ਕੋਲ ਗਿਆ, ਐਸੇ ਬੜੇ ਸਵਾਲ ਨੇ। ਇਹ ਸਰੀਰ ਨੂੰ ਰੋਗ ਆ ਗਿਆ, ਪਰ ਜਿਹੜਾ ਸੱਚੇ ਦਿਲੋਂ ਪਰਮਾਤਮਾ ਨੂੰ, ਪ੍ਰਭੂ ਨੂੰ ਪਿਆਰ ਕਰਦਾ ਏ, ਉਹਦਾ ਜਿਹੜਾ ਜੀਵਨ ਹੈ ਨਾ, ਉਹ ਦੁੱਖ ਦੇ ਵਿੱਚ ਘਬਰਾਉਂਦਾ ਨਹੀਂ। ਇਹ ਨਹੀਂ ਕਿ ਦੁੱਖ ਨਹੀਂ ਆਉਂਦਾ, ਦੁੱਖ ਤੇ ਭਗਤਾਂ ਨੂੰ ਵੀ ਬੜੇ ਦਿੱਤੇ ਨੇ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਗੰਗ ਗੁਸਾਇਨ ਗਹਿਰ ਗੰਭੀਰ। ਜੰਜੀਰ ਬਾਂਧ ਕਰ ਖਰੇ ਕਬੀਰ। ਜੰਜੀਰਾਂ ਨਾਲ ਜਕੜ ਕੇ ਭਗਤ ਕਬੀਰ ਜੀ ਨੂੰ ਗੰਗਾ ਦੀ ਲਹਿਰ ਸੁੱਟ ਦਿੱਤਾ। ਇਹ ਦੁੱਖ ਨਹੀਂ ਆ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਤੇ ਹੋਇਆ ਕੀ ਹੈ? ਭਗਤ ਕਬੀਰ ਜੀ ਕਹਿੰਦੇ ਨੇ ਕਿ ਭਾਈ ਤੁਸੀਂ ਭੁਲੇਖੇ ਵਿੱਚ ਜੋ ਦੁੱਖ ਦੇ ਰਹੇ ਸਨ, ਕਿ ਇਹ ਸਾਡੇ ਕਹਿਣੇ ਵਿੱਚ ਆ ਜਾਵੇ। ਇਹ ਜਿਸ ਜਗ੍ਹਾ 'ਤੇ ਬੈਠੇ ਹੋ, ਇਹਦੀ ਗੱਲ ਕਰ ਲਈਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਸਾ ਤਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਛੋਟੀ ਜਿਹੀ ਕੋਈ ਸੱਟ ਲੱਗ ਜੇ ਨਾ, ਦਵਾਈਆਂ ਪਾਉਣ ਲੱਗ ਪੈਂਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਆਪ ਜਾਣਦੇ ਹੋ ਭਲੀ ਪ੍ਰਕਾਰ, ਆ ਜਿਹੜਾ ਫੁਹਾਰਾ ਹੈ, ਜਿੱਥੇ ਗੁਰੂ ਕੀਆਂ ਪਿਆਰੀਆਂ ਸਿੱਖ ਸੰਗਤਾਂ ਨਮਸਕਾਰ ਕਰਦੀਆਂ ਨੇ, ਨਤਮਸਤਕ ਹੁੰਦੀਆਂ ਨੇ, ਕੀਰਤਨ ਹੁੰਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਗਾਈ ਜਾਂਦੀ ਹੈ। ਇੱਥੇ ਗੁਰੂ ਜੀ ਆਏ ਨੇ, ਇੱਥੇ ਗੁਰੂ ਜੀ ਦੇ ਸਿੱਖ ਆਏ ਨੇ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਵਾਰੇ ਵਾਰੇ ਸ਼ਹੀਦ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇਤਰਾਂ ਦੇ ਸਾਹਮਣੇ, ਕਿ ਹੁਣ ਵੀ ਸਿੱਖ ਡੋਲ ਜਾਣਗੇ, ਗੁਰੂ ਤੇਗ ਬਹਾਦਰ ਜੀ ਘਬਰਾ ਜਾਣਗੇ, ਸਿੱਖਾਂ ਦੇ ਗੁਰੂ। ਪਰ ਜਦੋਂ ਇਹ ਭਗਤਾਂ ਦੇ ਸ਼ਬਦ ਪੜ੍ਹਦੇ ਆ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੇ ਉਹ ਸਮਾਏ। ਇਹ ਆ ਪਿਆਰ ਪ੍ਰਭੂ ਦੇ ਨਾਲ। ਨਾਮ ਜਪਣ ਵਾਲਿਆਂ ਨੂੰ ਵੀ ਦੁੱਖ ਦਿੱਤਾ। ਭਗਤ ਜੀ ਦਾ ਪਾਵਨ ਬਚਨ ਹੈ, ਭਗਤ ਕਬੀਰ ਜੀ ਦਾ।
करवत भला ना करवट तेरी, लाग गले सुन बिनती मेरी। हों वारी मुख फेर प्यारे, करवट दे मोको काहे को मारे। करवत कहते ने आरा, आरा मैं अपने शरीर ते बर्दाश्त कर लवांगा, चला देवे कोई, पर तेरी पिठ जिहड़ी है वो मेरे को बर्दाश्त नहीं होनी, मैं नहीं सहार सकांगा। लाग गले सुन बेनती मेरी, मेरे गले ना लग ते मेरी बेनती सुन मेरे मालक जी। हों वारी मुख फेर प्यारे, मैं तेरे तो सदके जावां, मेरे वल मुख कर। कदी कहा आपां। भगत रविदास जी कहते ने, हम सर दीन दयाल ना तुम सर, अब पतियार क्या कीजै, बचनी तोर मोर मन मानै, जन को पूरन दीजै। हाँ बल बल जाऊं रमैया कारने, कारण कवन अबोल। की मेरे को गलती हुई है, दसो तो सही मेरे को गलती की हुई मेरे मालिक जी, तुसी मेरे नाल बोलते क्यों नहीं जो। कारण कवन अबोल, बहुत जन्म बिछरे थे माधो, ये जन्म तुम्हारे लेखे। कह रविदास आस लग जीवो, चिर भयो दर्शन देखे। ये आ प्यार, ये आ प्रेम। हों वारी मुख फेर प्यारे, करवट दे मोको काहे को मारे। जो तन चीरै अंग ना मोरों, पिंड परे तो प्रीत ना तोरों। जो तन चीरै, शरीर नूं चीर देवें, दफाड़ कर देवें, मैं अंग पछां नहीं करांगा, सी नहीं करांगा। पिंड परे शरीर खत्म हो जावे, तां भी मेरी प्रीत तुहाडे नालों टुटे ना, खत्म ना होवे। पिंड परे तो प्रीत ना तोरों, हम तुम बीच भयो नहीं कोई। हम तुम मेरे विच ते तेरे विच हुण कोई विथ नहीं है, कोई फर्क नहीं है। इनू कहते ने भगत जी, अब तो जाए चढ़े सिंघासन, मिल है सारंग पानी। राम कबीरा एक भय है, कोई ना सके पछानी। हम तुम बीच भयो नहीं कोई, तुम्हें सो कंत नार हम सोई। तू मेरा कंत है, तू मेरा पति है, मैं तेरी नार हाँ, स्त्री हाँ, पत्नी हाँ। कहत कबीर सुनो ले लोई, अब तुमरी प्रतीत ना होई। भगत कबीर जी कहते, ऐ संसार दे लोगों ध्यान दे नाल सुन लो, तुहाडे ते मैं विश्वास नहीं करांगा, प्रीत प्रतीत मैनू भरोसा नहीं रहा। ऐसा प्यार, ऐसा प्रेम होना चाहिए है। अरदास बेनती दे राही भगत साहिबाना दे बचन पढ़ के, गुरु दी बाणी दे नाल जुड़ के, साच नाम मेरा मन लागा, लोगन स्यों मेरा ठाठा बागा। ये नहीं कि हुण चुप कर जो, मौन धारण कर लो। गुरु साहिब जी ने ऐसा जीवन नहीं सानू दिता कि बोलना नहीं है। उन्ना बोलना है जिन्ना बोलना चाहिए है, जिन्नी दे जरूरत है, अत की जरूरत है। जिन्ना क असीं किसी दे नाल बोल बाणी रखनी है उन्ना क, पर वो भी गुरु सवारे सानू लोग छड्डदे नहीं। कहते ने ये अंदर रुखापन है, कोरापन है, किसी दे नाल बोलता नहीं है। उन्ना बोलना जिन्ने की जरूरत है। बाहर सूत सगल स्यों मौला। ये नहीं कि मैं दूजियां दे नाल प्यार नाल नहीं बोलता, नफरत करदा। गुरु साहिब जी कहते बाहर जिन्ने संसार दे विच ये मैनू निरंकार दा रूप दिखाई दिंदा है, इन्हां दे नाल मैं प्यार करदा आ। पर परमात्मा वाहेगुरु अलिपत रहों जैसे जल में कौला। पानी दे विच जिहड़ा कौल फुल है ना, रहिंदा पानी चिक्कड़ दे विच है, फुल जिहड़ा उपर है वो चिक्कड़ तो माया अपने तो नरलेप रहिंदा। इसे तरह ही उदाहरण दित्ती है कि जिवें कौल फुल पानी दे विचों नरलेप रहिंदा है, माया दे प्रभाव तो नरलेप रहना है। अलिपत रहों जैसे जल में कौला। इस वास्ते महाराज सच्चे पातशाह जी अगे बचन करते हैं अगले श्लोक दे, जिन अंदर प्रीत ब्रह्म की ज्यों बोलन तिवै सुहाना। जिन्हां दे हिरदे विच प्रभु का प्यार है, वो जिवें बोलते हैं तिवें ही शोभते हैं। वो बहुता बोलन चखण होए वो वाली गल नहीं, बहुता नहीं बोलते। अपने जिहड़े दुखां नूं दूजिआं नूं नहीं सुणाउंदे ते ना दूजिआं दे सुणदे ने। तुसीं हुण किते जाओ, अपना दुख दसो, घर दी विपता दसोगे ना, तो वो तुहाडी नहीं सुनेगा, वो अपना दुख जिहड़ा दसन डै पेगा।
ਗੁਰੂ ਸਾਹਿਬ ਜੀ ਦਾ ਬਚਨ ਹੈ, ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਰਿਧੇ ਅਰਾਧਿਆ ਤਿੰਨ ਭਉ ਸਾਗਰ ਤਰਿਆ। ਉਹ ਆਪਣੇ ਦੁੱਖ ਦੇ ਨਾਲ ਭਰਿਆ ਹੋਇਆ ਤੁਹਾਨੂੰ ਦੱਸੇਗਾ ਕਰਨਾ ਕੀ ਹੈ। ਪਰਮਾਤਮਾ ਦਾ ਨਾਮ ਜਪੋ, ਸਿਮਰਨ ਕਰੋ, ਉਹਦੇ ਅੱਗੇ ਅਰਦਾਸ ਬੇਨਤੀ ਕਰੋ, ਉਹ ਤੁਹਾਡਾ ਦੁੱਖ ਸੁਣੇਗਾ। ਉਹਦੇ ਅੱਗੇ ਅਰਦਾਸ ਬੇਨਤੀ ਕਰੋ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਉਹ ਬਹੁਤਾ ਬੋਲਦੇ ਨਹੀਂ ਹੈ, ਜਿਨ੍ਹਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਪ੍ਰੇਮ ਪੈ ਜਾਂਦਾ ਹੈ। ਮਹਾਰਾਜ ਅੱਗੇ ਬਚਨ, ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪ੍ਰੰਨ। ਗੁਰੂ ਸਾਹਿਬ ਜੀ ਕਹਿੰਦੇ ਇਹ ਭੇਤ ਦੀ ਜੀਵ ਨੂੰ ਸਾਰ ਨਹੀਂ ਆ ਸਕਦੀ, ਜਿਸ ਪਿਰ ਪ੍ਰਭੂ ਨੇ ਪਿਆਰ ਲਾਇਆ ਹੈ ਉਹ ਆਪੇ ਜਾਣਦਾ ਹੈ, ਕੋਈ ਦੱਸ ਨਹੀਂ ਸਕਦਾ। ਇਹ ਅਚਰਜ ਕੌਤਕ ਹੈ। ਪੌੜੀ ਦੇ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਹਨ, ਤੂੰ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਾਹੀਂ। ਹੇ ਸ੍ਰਿਸ਼ਟੀ ਦੇ ਰਚਨਹਾਰ ਮਾਲਕ ਪ੍ਰਭੂ ਜੀ, ਤੂੰ ਆਪ ਭੁੱਲਦਾ ਨਹੀਂ ਹੈ, ਅਭੁੱਲ ਹੈ। ਬਾਣੀ ਦੇ ਵਿੱਚ ਦੋ ਬਚਨ ਹਨ, ਇੱਕ ਗੁਰੂ ਤੇ ਇੱਕ ਪਰਮੇਸ਼ਰ, ਕਦੀ ਭੁੱਲਦੇ ਨਹੀਂ। ਬਾਕੀ ਸਾਰਾ ਸੰਸਾਰ ਅਸੀਂ ਭੁੱਲਾਂ ਗਲਤੀਆਂ ਕਰਦੇ ਹਾਂ। ਕੋਈ ਮਨੁੱਖ ਐਸਾ ਨਹੀਂ ਕਿ ਮੈਂ ਭੁੱਲਦਾ ਨਹੀਂ, ਮੈਂ ਗਲਤੀ ਨਹੀਂ ਕਰਦਾ। ਲੇਖੈ ਕਤੇ ਨਾ ਛੂਟਿਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ। ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸ਼ਬਦ ਬੁਝਾਈ। ਸਤਿਗੁਰ ਦੇ ਸ਼ਬਦ ਦੀ ਰਾਹੀਂ ਤੂੰ ਇਹ ਸਮਝਾਉਂਦਾ ਹੈ ਕਿ ਜੋ ਤੂੰ ਕਰਦਾ ਹੈ ਸੋ ਚੰਗਾ ਕਰਦਾ ਹੈ। ਹੁਣ ਇਹ ਪਿਆਰ ਐਸਾ ਹੈ, ਭਾਵੇਂ ਮਾਰ ਤੇ ਭਾਵੇਂ ਰੱਖ। ਮੈਨੂੰ ਪਤਾ ਲੱਗ ਗਿਆ ਹੈ, ਗੁਰੂ ਸਾਹਿਬ ਜੀ ਸਾਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਹੈ, ਆਪਣੇ ਹਿਰਦੇ ਵਿੱਚ ਵਸਾ ਲੈਣਾ। ਪ੍ਰਭੂ ਤੋਂ ਬਗੈਰ ਕੋਈ ਮਾਰ ਨਹੀਂ ਸਕਦਾ, ਕੋਈ ਰੱਖ ਨਹੀਂ ਸਕਦਾ। ਇੱਕੋ ਪਰਮਾਤਮਾ ਹੈ। ਜਦੋਂ ਉਹ ਮਾਰਨ 'ਤੇ ਆਇਆ ਕੋਈ ਰੱਖ ਨਹੀਂ ਸਕਦਾ, ਜਦੋਂ ਲੈਣ ਆਇਆ ਕੋਈ ਨਹੀਂ ਰੱਖ ਸਕਦਾ। ਅਤੇ ਮਾਰਨ ਵਾਲੇ ਸੰਸਾਰ ਦੇ ਭਾਵੇਂ ਕਿੰਨੇ ਮਰਜ਼ੀ ਇਕੱਠੇ ਹੋ ਜਾਣ, ਜੇ ਉਹਨੇ ਰੱਖਿਆ ਕਰਨੀ ਹੈ ਤਾਂ ਕਿਸੇ ਦੀ ਤਾਕਤ ਨਹੀਂ ਹੈ ਕੋਈ ਮਾਰ ਸਕੇ। ਬਿਨ ਭਗਵੰਤ ਨਾਹੀਂ ਅਨ ਕੋਏ, ਮਾਰੇ ਰੱਖੈ ਏਕੋ ਸੋਏ। ਜੇ ਮਾਰ ਸਕਦਾ ਹੁੰਦਾ ਤੇ ਹਰਨਾਕਸ਼ ਨੇ ਪ੍ਰਹਿਲਾਦ ਨੂੰ ਮਾਰ ਦੇਣਾ ਸੀ, ਆਪਣੇ ਪੁੱਤਰ ਨੂੰ। ਨਹੀਂ ਮਾਰ ਸਕਿਆ, ਆਪ ਮਰ ਗਿਆ। ਪ੍ਰਭੂ ਨੇ ਉਸ ਨੂੰ ਮਾਰ ਮੁਕਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਇਹ ਜੇ ਤੂੰ ਰੱਖਿਆ ਕਰਦਾ ਹੈ, ਆਪਣੇ ਭਗਤਾਂ ਦੀ ਪ੍ਰਤਪਾਲਨਾ ਕਰਦਾ, ਇਹ ਤੇਰੀ ਵਡਿਆਈ ਹੈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਣਾਈ। ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀਂ। ਹੇ ਪ੍ਰਭੂ, ਤੂੰ ਸਾਰੇ ਸੰਸਾਰ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਆਪ ਹੀ ਕਰਨ ਕਾਰਨ ਦੀ ਸਮਰੱਥਾ ਰੱਖਦਾ ਹੈ, ਅਤੇ ਤੂੰ ਆਪ ਹੀ ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਦਾ ਹੈ, ਸਾਰਿਆਂ ਦੀ ਸਾਰ ਲੈਣਾ ਹੈ। ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀਂ, ਹੋਰ ਕੋਈ ਦੂਸਰਾ ਨਹੀਂ ਹੈ। ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਨੀ, ਸਾਰੇ ਜੀਵਾਂ ਦੀ ਸੰਭਾਲ ਕਰਨੀ। ਕਰੋੜਾਂ ਖੰਡਾਂ ਤੇ ਬ੍ਰਹਿਮੰਡਾਂ ਦਾ ਤੂੰ ਮਾਲਕ ਹੈ, ਕਰੋੜਾਂ ਖੰਡਾਂ ਤੇ ਬ੍ਰਹਿਮੰਡਾਂ ਦਾ। ਗੁਰੂ ਸਾਹਿਬ ਜੀ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤਸਾਰ ਸੰਭਾਲੇ। ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਅੱਗੇ ਪਾਤਸ਼ਾਹ ਜੀ ਬਚਨ ਕਰਦੇ, ਤੂੰ ਸਾਹਿਬ ਅਗੰਮ ਦਿਆਲ ਹੈ ਸਭ ਤੁਧ ਧਿਆਈ। ਤੂੰ ਦਇਆ ਵਾਲਾ ਮਾਲਕ ਹੈ, ਤੇਰੇ ਤਾਈਂ ਸਾਡੀ ਪਹੁੰਚ ਨਹੀਂ ਹੋ ਸਕਦੀ। ਸਭ ਜੀ ਜੰਤ ਤੈਨੂੰ ਸਿਮਰਦੇ ਨੇ, ਸਭ ਧਿਆਵੇਂ ਤੁਧ ਮੇਰੇ ਪ੍ਰੀਤਮਾ। ਤੂੰ ਘਟ ਘਟ ਪੁਰਖ ਨਿਰੰਜਨਾ, ਤੂੰ ਹਰੇਕ ਹਿਰਦੇ ਵਿੱਚ ਹੈ ਅਤੇ ਸਾਰੇ ਜੀਵ ਤੇਰਾ ਸਿਮਰਨ ਕਰਦੇ ਹਨ। ਸਭ ਜੀ ਤੇਰੇ ਤੂੰ ਸਭ ਸਦਾ, ਤੂੰ ਸਭ ਛਡਾਹੀਂ। ਸਭ ਜੀ ਜੰਤ ਤੈਨੂੰ ਸਿਮਰਦੇ ਨੇ, ਸਭ ਜੀਵ ਤੇਰੇ ਰਚੇ ਹੋਏ ਨੇ, ਪੈਦਾ ਕੀਤੇ ਹੋਏ ਨੇ। ਤੂੰ ਸਭਨਾਂ ਦਾ ਮਾਲਕ ਹੈ। ਤੂੰ ਸਾਰਿਆਂ ਨੂੰ ਦੁੱਖਾਂ ਅਤੇ ਝੋਰਿਆਂ ਤੋਂ ਛਡਾ ਲੈਣਾ, ਬਚਾ ਲੈਣਾ ਹੈ। ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਯਾਦ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਤੌਖਲਾ, ਕੋਈ ਸਹਿੰਸਾ ਵਿਆਪਦਾ ਨਹੀਂ ਹੈ। ਜਿਹੜੇ ਪਰਮਾਤਮਾ ਨੂੰ ਭੁਲਾ ਦਿੰਦੇ ਨੇ ਉਹ ਸਦਾ ਖੁਆਰ ਹੁੰਦੇ ਨੇ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ
ਜਾਂ ਕੋ ਓਟ ਤੁਹਾਰੀ। ਸੋ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ। ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ। ਸੰਗਤ ਗੁਰੂ ਬਖਸ਼ਣ ਯੋਗ ਹੈ ਜੀ। ਕੋਟਾਨ ਕੋਟ ਸ਼ੁਕਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।